ਆਦਤਾਂ ਨਹੀਂ ਗਈਆਂ basically। Yeah, so I will control everybody यार फिल्म च जिन्नी भी बार थप्पड़ पए अजय वो ਅਸੀਂ ਰਿਵੀਲ ਕਰਾਂਗੇ ਕਿੰਨੀ ਵਾਰ ਪਏ ਆ ਉਹ ਐਕਚੁਅਲ ਚ ਰੀਅਲ ਆ ਬਿਲਕੁਲ ਨਹੀਂ ਕੀਤਾ। I would say बट that- थोड़ी भी रैगिंग मतलब ਕਰਨੀ ऐसे ਚਾਹੀਦੀ ਸੀ ਬਸ ਤੁਹਾਨੂੰ ਤੁਸੀਂ ਮੌਕਾ ਗਵਾ ਲਿਆ ਪਤਾ ਬਹੁਤ ਦੇਰ ਹੋ ਗਈ ਹੁਣ ਰੈਕ मैं में क्या करूँ मैं बहुत अच्छी इंसान कुड़ियाँ इतना ही बदनाम आ कि गल्लां करदियां देखो तुसीं मैं तुहाडे सामने आके चुप करके बह गई दोवें जने लगे होए इन्हां दियां गल्लां नहीं खत्म सो अजय थैंक यू ਕੱਪੜੇ ਖਾਲੀ मेरी ख्वाहिश थी बचपन दी यू नो कि मैं देखना कि ਜਦੋਂ क्योंकि फिल्मां च ਆਪਾਂ ਦੇਖਦੇ ना कि ਸੂਟ ਦਾ ਥੱਪੜ ਪੈਂਦਾ ਹੈ ਲਾਈਕ ਇੱਕ ਹੁੰਦਾ ਸੀ ਮੈਂ ਕਿੰਨੀ ਕੁ ਤੇਜ਼ ਮਾਰ ਸਕਦੀ ਹਾਂ ਜਾਂ ਕਿੱਦਾਂ ਦਾ ਹੋਊਗਾ ਮੈਨੂੰ ਲੱਗਿਆ ਪਤਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਨਹੀਂ ਪਤਾ ਮੈਨੂੰ ਪਤਾ ਬਥੇਰੀ ਤੇਜ਼ ਸੋ ਪਹਿਲੀ ਚੀਜ਼ ਜਿਹੜੀ ਮੈਂ ਪੁੱਛਣਾ ਚਾਹੁੰਦੀ ਹਾਂ ਇੱਕ ਹੋਰ ਰੋਮਾਂਟਿਕ ਮੂਵੀ ਆ ਰਹੀ ਹੈ ਤੇ ਉਹਦੇ ਵਿੱਚ ਅਜੇ ਸਰਕਾਰੀਆ ਤੇ ਸੋਨਮ ਬਾਜਵਾ ਦੀ ਕਿਤੇ ਨਾ ਕਿਤੇ ਕੈਮਿਸਟਰੀ ਰਿਪੀਟ ਹੋ ਰਹੀ ਹੈ ਤਾਂ ਆਈ ਵਾਂਟਡ ਟੂ ਆਸਕ ਦ ਡਾਇਰੈਕਟਰ ਫਰਸਟ ਕਿ ਜਦੋਂ ਤੁਸੀਂ ਅੜਬ ਮੁਟਿਆਰਾਂ ਦੇਖੀ ਸੀ ਤਾਂ ਉਸ ਤੋਂ ਬਾਅਦ ਕਾਸਟ ਫਾਈਨਲ ਕੀਤੀ ਸੀ ਜਾਂ ਉਸ ਤੋਂ ਪਹਿਲਾਂ ਕਾਸਟ ਫਾਈਨਲ ਸੀ ਨਹੀਂ ਐਕਚੁਅਲੀ ਅਸੀਂ ਇਸ ਫਿਲਮ ਦੀ ਸਕ੍ਰਿਪਟ ਦੇ ਉੱਪਰ ਅੜਬ ਤੋਂ ਬਾਅਦ ਕੰਮ ਕੀਤਾ ਸੋ ਆਈ ਵਾਸ ਆਲਸੋ ਪਾਰਟ ਆਫ ਅੜਬ ਮੁਟਿਆਰਾਂ ਤੇ ਉਸ ਤੋਂ ਅਸੀਂ ਹਟ ਕੇ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਵੀ ਜਿਵੇਂ ਲਾਡੋ ਦਾ ਕੈਰੈਕਟਰ ਵੀ ਡਿਵੈਲਪ ਹੋਇਆ ਫਿਰ ਜਿਵੇਂ ਇਹਨਾਂ ਨੇ ਹੈਰੀ ਦੇ ਕੈਰੈਕਟਰ ਨੂੰ ਪਲੇ ਕੀਤਾ ਇਟਸ ਕੰਪਲੀਟਲੀ ਡਿਫਰੈਂਟ ਵਰਲਡ ਬਿਲਕੁਲ ਅਲੱਗ ਹੈ ਜਿਵੇਂ ਕਿ ਤੁਹਾਨੂੰ ਟ੍ਰੇਲਰ ਤੋਂ ਵੀ ਪਤਾ ਲੱਗਿਆ ਹੋਊਗਾ ਉਹਦੇ ਵਿੱਚ ਬੱਬੂ ਮੈਸਾ ਜਿਹੜਾ ਕੈਰੈਕਟਰ ਸੀ ਉਹ ਬਹੁਤ ਇੱਕ ਯੂ نو ਇੱਕ ਤਰ੍ਹਾਂ ਦਾ ਬੁਲੰਦ ਹਨਾ ਅੜਬ ਕੈਰੈਕਟਰ ਸੀਗਾ ਤੇ ਇਹਦੇ ਵਿੱਚ ਲਾਡੋ ਦਾ ਕੈਰੈਕਟਰ ਸੀ ਬਹੁਤ ਇਨੋਸੈਂਸ ਨਾਲ ਪਲੇ ਕੀਤਾ ਇਹਦੇ ਵਿੱਚ ਹੈਰੀ ਦੇ ਤੁਹਾਨੂੰ ਅਜੇ ਦੇ ਤੁਹਾਨੂੰ ਬਹੁਤ ਸ਼ੇਡਸ ਦੇਖਣ ਨੂੰ ਮਿਲਣਗੇ ਸੋ ਬੇਸਿਕਲੀ ਦੋਨਾਂ ਦੀ ਕੈਮਿਸਟਰੀ ਆਬਵੀਅਸਲੀ ਜਿਵੇਂ ਆਪਾਂ ਨੂੰ ਅੜਬ ਦੇ ਵਿੱਚ ਵਧੀਆ ਪਸੰਦ ਆਈ ਸੀਗੀ ਅਸੀਂ ਉਹਨੂੰ ਨੈਕਸਟ ਲੈਵਲ ਤੇ ਲੈ ਕੇ ਜਾਣ ਦੀ ਕੋਸ਼ਿਸ਼ ਐਂਡ ਕੀਤੀ ਡਿਡ ਯੂ ਹੈਵ ਦ ਸਕ੍ਰਿਪਟ ਇਨ ਮਾਈਂਡ ਅਰਲੀਅਰ ਐਂਡ these characters fit into that or was it the script came after but the characters like you found them as the cast So actually when we started writing it, characters ਸਾਡੇ ਜਿਵੇਂ ਲਾਡੋ ਤੇ ਹੈਰੀ ਦਾ ਕੈਰੈਕਟਰ very initial stage ਦੇ ਉੱਪਰ ਸਾਨੂੰ ਕਲੀਅਰ ਹੋ ਗਿਆ ਸੀਗਾ ਕਿ ਵੀ ਯੂ نو ਜੇ ਲਾਡੋ ਜਿਵੇਂ ਡਿਵੈਲਪ ਹੁੰਦੀ ਜਾ ਰਹੀ ਸੀਗੀ ਕੈਰੈਕਟਰ ਦਾ ਕਿ ਵੀ ਸੋਨਮ will be able to play it effortlessly ਫਿਰ ਅਕੋਰਡਿੰਗਲੀ ਅਸੀਂ ਉਹ ਕੈਰੈਕਟਰਸ ਜਿਹੜੇ ਆ ਮੋਲਡ ਕਰਨੇ ਸ਼ੁਰੂ ਕਰਤੇ ਪੇਪਰ ਦੇ ਉੱਪਰ ਹੀ ਕਿ ਵੀ ਸਾਨੂੰ ਪਤਾ ਸੀਗਾ ਕਿ ਵੀ ਆਹ ਚੀਜ਼ ਜਿਹੜੀ ਆ ਯੂ نو should be able to pull off very well so it's a bit of both ਕਿ ਵੀ ਅਸੀਂ ਪਹਿਲਾਂ ਕੈਰੈਕਟਰ ਰਾਈਟ ਕਰਨਾ ਸ਼ੁਰੂ ਕੀਤਾ ਬਟ ਬਿਕਾਜ਼ ਲਿਖਦੇ ਸਾਡੇ ਮਨ ਦੇ ਵਿੱਚ ਇੱਕ ਵਿਜ਼ਨ ਬਣ ਗਈ ਸੀ ਫਿਰ ਅਸੀਂ ਅਕੋਰਡਿੰਗਲੀ ਮੋਲਡ ਕਰਨੇ ਸ਼ੁਰੂ ਕਰਤੇ what would be different in this romantic film in terms of this romantic film ਮੈਨੂੰ ਲੱਗਦਾ ਆਪਣੀ ਫਿਲਮ ਜਿੰਦਮਾਨੀ ਦੇ ਵਿੱਚ ਤੁਹਾਨੂੰ ਹਰ ਇੱਕ ਸ਼ੇਡ ਦੇਖਣ ਨੂੰ ਮਿਲੂਗਾ whether that be romance whether that be comedy whether that be emotion ਨਾਲ ਇੱਕ ਅਸੀਂ ਮੈਸੇਜ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਹਾਊ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਆਪਣੀ ਲਾਈਫ ਨੂੰ ਲਾਰਜੈਸਟ ਲਿਵ ਕਰੋ ਖੁੱਲ ਕੇ ਆਪਦੀ ਲਾਈਫ ਨੂੰ ਇੰਜੋਏ ਕਰੋ ਜੇ ਤੁਹਾਡੇ ਮਨ ਦੇ ਅੰਦਰ ਕੋਈ ਚੀਜ਼ ਆ ਉਹਨੂੰ ਕਹਿ ਦਿਓ ਆਪਦੇ ਅੰਦਰ ਦਬਾਈ ਨਾ ਰੱਖੋ ਸੋ ਆਈ ਵੁੱਡ ਸੇ ਉਹ ਜਿਹੜਾ ਸੋਸ਼ਲ ਮੈਸੇਜ ਅਸੀਂ ਇੱਕ ਪੋਰਟਰੇ ਕਰਨ ਦੀ ਕੋਸ਼ਿਸ਼ ਕੀਤੀ ਹੈ ਵਿਦ ਦ ਟੂਲਸ ਆਫ ਕਾਮੇਡੀ ਰੋਮਾਂਸ ਇਮੋਸ਼ਨਸ ਉਹ ਇੱਕ ਐਕਸ ਫੈਕਟਰ ਹੋਊਗਾ ਇਸ ਫਿਲਮ ਵਾਸਤੇ ਬਾਕੀ ਟ੍ਰੇਲਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਹੀਂ ਦਿਖਾਈਆਂ ਗਈਆਂ ਜੋ ਕਿ ਜਦੋਂ ਤੁਸੀਂ ਫਿਲਮ ਦੇਖਣ ਜਾਓਗੇ ਇਟ ਵਿਲ ਬੀ ਐਨ ਆਈ ਓਪਨਰ ਤੁਹਾਡੀ ਤਾਂ ਦੋ ਫਿਲਮਾਂ ਆਲਰੇਡੀ ਆ ਗਈਆਂ ਇਸ ਵਾਰ ਤਾਂ ਆਰ ਯੂ ਗਾਈਜ਼ ਨਰਵਸ ਅਬਾਊਟ ਦ ਰਿਲੀਜ਼ ਐਂਡ ਆਰ ਯੂ ਗਾਈਜ਼ ਨਰਵਸ ਕਿ what would be the audience response ਮੈਂ ਤੇ ਬਹੁਤ ਨਰਵਸ ਹਾਂ ਮੈਂ ਵੀ ਬਹੁਤ ਨਰਵਸ ਹਾਂ ਅਜੇ ਬਿਲਕੁਲ nervous ਮੈਂ ਨਹੀਂ ਬਿਲਕੁਲ ਨਹੀਂ ਸਭ ਤੋਂ ਜ਼ਿਆਦਾ ਰਿਲੈਕਸ ਸਟੇ ਸੱਚੀ ਜ਼ਿੰਦਗੀ ਸਭ ਤੋਂ ਜ਼ਿਆਦਾ ਨਰਵਸ ਇਹਨਾਂ ਨੂੰ ਹੋਣਾ ਚਾਹੀਦਾ ਜਾਂ ਮੈਂ ਨਰਵਸ ਨਹੀਂ ਹੈ ਜਾਂ ਮੈਂ ਅਜੇ ਵੀ ਐਕਟਿੰਗ ਕਰੀ ਹੈ ਨਾ ਨਹੀਂ ਟੂ ਬੀ ਓਨੈਸਟ ਆਈ ਐਮ ਨਾਟ ਨਰਵਸ ਐਟ ਆਲ ਮੈਂ ਮੂਵੀ ਦੇਖੀ ਹੈ ਮੈਨੂੰ ਮੂਵੀ ਤੇ ਬਹੁਤ ਕੌਨਫੀਡੈਂਸ ਹੈ ਸੋ ਸਾਡਾ ਬਹੁਤ ਹੀ ਓਨੈਸਟ ਇੱਕ ਐਫਰਟ ਇੱਕ ਅਟੈਂਪਟ ਹੈ ਸੋ ਆਈ ਐਮ ਵੈਰੀ ਕੌਨਫੀਡੈਂਟ and this is the question to three of you like what would you be like to know after 5 years to the audience like each of you like how you would want to be known to the audience how do you want to develop your skills and be I want to be known ਕਿ ਉਹ ਡਾਇਰੈਕਟਰ ਜਿਹਨੇ ਜਿੰਦਮਾਨੀ ਬਣਾਈ amazing and what about you Ajay ਮੈਂ ਤਾਂ ਜਿਵੇਂ ਡ੍ਰੀਮ ਹੁੰਦਾ ਸੀਗਾ ਕਿ ਮੂਵੀਜ਼ ਜਾਣਾ ਨਾ ਉਸ ਤੋਂ ਬਾਅਦ ਮੈਨੂੰ ਐਂ ਲੱਗਦਾ ਹੁੰਦਾ ਸੀਗਾ ਜਦੋਂ ਇਹ ਪਹਿਲੀ ਫਿਲਮ ਕੀਤੀ ਉਸ ਤੋਂ ਬਾਅਦ ਮੈਨੂੰ ਐਂ ਲੱਗਣ ਲੱਗਿਆ ਕਿ ਯਾਰ ਅੱਗੇ ਜਾ ਕੇ ਕਿ ਨਾਟ ਓਨਲੀ ਕਿ ਵੀ ਆਹ ਹੀਰੋ ਹੁੰਦਾ ਇੱਦਾਂ ਨਹੀਂ ਕਿ ਲੋਕਾਂ ਦੇ ਵਿੱਚ ਇੱਦਾਂ ਹੋਵੇ ਮੇਬੀ ਆਊਟ ਆਫ ਮਾਈ ਵਰਕ ਥਰੂ ਮਾਈ ਵਰਕ ਆਈ ਵੁੱਡ ਬੀ ਏਬਲ ਟੂ ਕ੍ਰੀਏਟ ਦੈਟ ਇਮੇਜ ਕਿ ਜਦੋਂ ਵੀ ਮੈਂ ਸਕਰੀਨ ਤੇ ਆਵਾਂ ਜਾਂ ਮੇਰਾ ਕੋਈ ਜ਼ਿਕਰ ਹੋਵੇ ਕਹਿਣਗੇ ਯਾਰ ਇਹ ਕੰਮ ਵਧੀਆ ਕਰਦਾ ਭਾਵੇਂ ਉਹ ਰੋਲ ਜਿਹੜਾ ਮਰਜ਼ੀ ਛੋਟਾ ਹੋਵੇ ਵੱਡਾ ਹੋਵੇ ਭਾਵੇਂ ਨੈਗੇਟਿਵ ਸ਼ੇਡ ਹੋਵੇ ਜੋ ਵੀ ਹੋਵੇ I want to be respected as an actor and I'm really trying hard.
and I want to be the biggest female actor in India in the next 5 years. So where did you started from? Like when on the first day of shoot, where did you reconnected from the earlier film or maybe anything like? I think ਅਸੀਂ ਵਧੀਆ ਬੌਂਡ ਡਿਵੈਲਪ ਕੀਤਾ ਅੜਾ ਮੁਟਿਆਰਾ ਦੇ ਸ਼ੂਟ ਤੇ ਹੀ you know we've been friends since we started shooting after I think I would say during the shoot of Ada Mutiara we became friends ਤੇ ਉਸ ਤੋਂ ਬਾਅਦ ਇਹ ਹੈ ਕਿ ਹਾਂ ਕੋਵਿਡ ਆ ਗਿਆ I think ਜੇ ਕੋਵਿਡ ਨਹੀਂ ਆਉਂਦਾ ਤਾਂ ਅਸੀਂ ਇਕੱਠਿਆਂ ਕੰਮ ਕਰਨਾ ਹੀ ਸੀਗਾ because I loved working with Ajay and ਪਲਾਨ ਸੀਗਾ ਕਿ ਯਾਰ ਓਕੇ ਲੈਟਸ ਜਸਟ ਡੂ ਸਮਥਿੰਗ ਐਲਸ ਅਸੀਂ ਕਈ ਵਾਰੀ ਇੱਦਾਂ ਹੀ ਬੈਠੇ ਬੈਠੇ ਬੜੀ ਵਾਰੀ ਪਲਾਨ ਵੀ ਕੀਤਾ ਕਿ ਯਾਰ ਆਪਾਂ ਇੱਦਾਂ ਦਾ ਕੁਛ ਕਰਾਂਗੇ ਇੱਦਾਂ ਦਾ ਕਰਾਂਗੇ ਲੈਟਸ ਡੂ ਅਨਦਰ ਫਿਲਮ ਟੁਗੇਦਰ ਸੋ ਉਹ ਪਲਾਨ ਹਮੇਸ਼ਾ ਸੀਗਾ ਬਟ ਕੋਵਿਡ ਦੇ ਕਰਕੇ ਥੋੜੇ ਜਿਹੇ ਪਲਾਨਸ ਉੱਪਰ ਥੱਲੇ ਹੋ ਗਏ ਬਟ ਆਈ ਐਮ ਸੋ ਹੈਪੀ ਕਿ ਅਸੀਂ ਜਿੰਦਮਾਹੀ ਦੇ ਥਰੂ you know we are making a comeback together after 2-3 years now yeah 2000 but it was always in our mind and our plan ਕਿ ਵੀ ਅਸੀਂ ਇਕੱਠੇ ਕੰਮ ਕਰਨਾ ਹੀ ਆ ਐਂਡ ਅਜੇ ਬਿਕੋਜ਼ ਪਹਿਲੀ ਫਿਲਮ ਅਰਦਰ ਦੇ ਵਿੱਚ ਕਿਤੇ ਨਾ ਕਿਤੇ ਸੋਨਮ ਦਾ ਕੈਰੈਕਟਰ ਬਹੁਤ ਬੋਲਡ ਸੀ ਹੈ ਨਾ ਨਾਲੇ ਉੱਤੋਂ ਦੀ ਉਹਨਾਂ ਨੇ ਫਿਲਮਾਂ ਬਹੁਤ ਜ਼ਿਆਦਾ ਕੀਤੀਆਂ ਤੇ ਤੁਸੀਂ ਉਸ ਟਾਈਮ ਘੱਟ ਫਿਲਮ ਕੀਤੀ ਸੀ ਤਾਂ ਡਿਡ ਸ਼ੀ ਬੁਲੀ ਯੂ ਇਨ ਸਮ ਸੈਂਸ ਔਨ ਦ ਸੈਟ ਤੱਕ ਕੀ ਫਿਲਮ ਕੀਤੀ ਮੇਰੀ ਤਾਂ ਪਹਿਲੀ ਸੀ ਤੇ ਨਹੀਂ ਬੁਲੀ ਤਾਂ ਬਿਲਕੁਲ ਨਹੀਂ ਕੀਤਾ ਆਈ ਵੁੱਡ ਸੇ ਬਟ ਥੋੜੀ ਜਿਹੀ ਰੈਗਿੰਗ ਮਤਲਬ ਕਰਨੀ ਐਸੇ ਚਾਹੀਦੀ ਸੀ ਬਸ ਤੁਹਾਨੂੰ ਤੁਸੀਂ ਮੌਕਾ ਗਵਾ ਲਿਆ ਪਤਾ ਹੁਣ ਬਹੁਤ ਦੇਰ ਹੋ ਗਈ ਹੁਣ ਰੈਕ ਮੈਂ ਕਿੱਥੇ क्या करूँ मैं बहुत अच्छी इंसान हूँ ਹੁਣੇ ਮੈਨੂੰ ਥੱਪੜ ਮਾਰ ਕੇ ਕਿਹਾ ਕਿ ਸ਼ੁਰੂ ਹੋ ਗਈ ਇੰਟਰਵਿਊ ਥੱਪੜ ਤਾਂ ਮਾਰਿਆ ਉਹਨੇ ਤੁਸੀਂ ਟ੍ਰੇਲਰ ਦੇਖਿਆ ਮੈਂ ਨਾ ਹੋਵੇਗਾ ਕਲਾਸ ਦੀ ਮੋਨੀਟਰ ਹੁੰਦੀ ਸੀ ਸਕੂਲ ਦੇ ਵਿੱਚ ਜ਼ਿਆਦਾਤਰ ਤਾਂ ਉਹ ਮੇਰੇ ਅੰਦਰ ਨਾ ਉਹ ਆਦਤਾਂ ਨਹੀਂ ਗਈਆਂ ਬੇਸਿਕਲੀ yeah so I will control everybody I will make sure they discipline so I discipline ਕਰਨੇ ਪੈਂਦੇ ਆ ਦੇਖੋ ਨਾ ਇਹ ਤਾਂ ਕੁੜੀਆਂ ਇਦਾਂ ਹੀ ਬਦਨਾਮ ਆ ਕਿ ਗੱਲਾਂ ਕਰਦੀਆਂ ਦੇਖੋ ਤੁਸੀਂ ਮੈਂ ਤੁਹਾਡੇ ਸਾਹਮਣੇ ਆ ਕੇ ਚੁੱਪ ਕਰਕੇ ਬੈਠੀ ਇਹ ਦੋਵੇਂ ਜਣੇ ਲੱਗੇ ਹੋਏ ਇਹਨਾਂ ਦੀਆਂ ਗੱਲਾਂ ਨਹੀਂ ਖਤਮ ਹੋ ਰਹੀਆਂ ਸੋ I have to do ਜਿਹੜਾ something ਟ੍ਰੇਲਰ 'ਚ ਦੇਖਿਆ ਨਾ ਥੱਪੜ ਮਾਰਦੇ ਇਹਨਾਂ ਨੇ ਸੱਚੀ ਉਹ ਜਮਾਈ ਰੀਅਲ ਆ ਫਿਲਮ 'ਚ ਜਿੰਨੀ ਵੀ ਵਾਰ ਥੱਪੜ ਪਏ ਅਜੇ ਨੂੰ ਉਹ ਅਸੀਂ ਰਿਵੀਲ ਨਹੀਂ ਕਰਾਂਗੇ ਕਿੰਨੀ ਵਾਰ ਪਏ ਆ ਉਹ ਐਕਚੁਅਲ 'ਚ ਰੀਅਲ ਆ ਆਈ ਵਿਸ਼ ਸਾਡੇ ਕੋਲ ਬਿਹਾਈਂਡ ਦ ਸੀਨ ਹੈਗਾ ਜਾਂ ਤਾਂ ਉਹ 'ਚ ਪਤਾ ਲੱਗ ਜਾਣਾ ਸੀ ਕਿ ਸੱਚੀ ਪਿਆ I think ਹੈਗਾ ਯਾ ਸੋ ਅਜੇ ਥੈਂਕ ਯੂ ਥੱਪੜ ਖਾਣ ਲਈ ਮੇਰੀ ਖੁਆਇਸ਼ ਸੀ ਬਚਪਨ ਦੀ ਯੂ نو ਕਿ ਮੈਂ ਦੇਖਣਾ ਕਿ ਜਦੋਂ ਕਿਉਂਕਿ ਫਿਲਮਾਂ 'ਚ ਆਪਾਂ ਦੇਖਦੇ ਨਾ ਕਿ ਸੂਟ ਦਾ ਥੱਪੜ ਪੈਂਦਾ ਆ ਬਟ ਹਾਫ ਦ ਟਾਈਮਸ ਉਹ ਰੀਅਲ ਨਹੀਂ ਹੁੰਦਾ ਤੇ ਵੈਸੇ ਇੱਕ ਚੰਗੀ ਖੁਆਇਸ਼ ਨਹੀਂ ਆ ਬਟ ਉਦਾਂ ਹੀ ਨਾ ਲਾਈਕ ਇੱਕ ਹੁੰਦਾ ਸੀ ਕਿ ਮੈਂ ਕਿੰਨੀ ਕੁ ਤੇਜ਼ ਮਾਰ ਸਕਦੀ ਹਾਂ ਜਾਂ ਕਿੱਦਾਂ ਦਾ ਹੋਊਗਾ ਮੈਨੂੰ ਲੱਗਿਆ ਪਤਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਨਹੀਂ ਪਤਾ ਮੈਨੂੰ ਪਤਾ ਬਥੇਰੀ ਤੇਜ਼ ਮਾਰ ਸਕਦੇ ਪਰ ਨਹੀਂ ਮੈਂ ਉਨੀ ਵੈਸੇ ਉਨੀ ਇੰਟੈਂਸ਼ਨਲੀ ਉਨੀ ਤੇਜ਼ ਨਹੀਂ ਸੀ ਮਾਰਿਆ ਬਟ ਉਹ ਅਸੀਂ ਖੁਆਇਸ਼ ਮੇਰੀ ਹੱਲੇ ਵੀ ਰਹਿ ਗਈ ਆ ਅਸੀਂ ਜਦੋਂ ਮੇਬੀ ਇਨ ਦ ਨੈਕਸਟ ਫਿਲਮ ਅਸੀਂ ਜਦੋਂ ਸੀਨ ਸ਼ੂਟ ਕਰ ਰਹੇ ਸੀ ਤੇ ਜਦੋਂ ਥੱਪੜ ਪਿਆ ਆਵਾਜ਼ ਇੰਨੀ ਆਈ ਕਿ ਸਾਰੇ ਪਿੱਛੇ ਇੱਕਦਮ ਮੈਂ ਸਾਇਲੈਂਸ ਯਾ ਪਿਨ ਡ੍ਰੌਪ ਸਾਇਲੈਂਸ ਹੋ ਗਿਆ ਸੈਟ ਤੇ ਸ਼ੁਕਰ ਹੈ ਉਸ ਤੋਂ ਬਾਅਦ ਮੇਰਾ ਕੋਈ ਡਾਇਲੌਗ ਨਹੀਂ ਸੀ ਨਹੀਂ ਤਾਂ ਉਹ ਭੁੱਲ ਜਾਣਾ ਸੀ ਯਾ ਐਂਡ who was more notorious on the set? notorious I would have to say Ajay notorious in the sense ਕਿ ਵੀ ਮਤਲਬ ਅਸੀਂ ਜ਼ਿਆਦਾ ਫਨ ਕਰਦੇ ਸੀਗੇ ਸੈਟ ਤੇ ਮੈਂ ਸੋਨਮ ਬੋਰਿੰਗ ਸੀ ਆਪ ਇਹ ਮੈਂ ਨਹੀਂ ਕਹਿ ਰਿਹਾ ਨਹੀਂ ਇਹ ਕੀ ਮਤਲਬ ਇਹ ਕੈਰੈਕਟਰ ਦੇ ਵਿੱਚ ਰਹਿੰਦੇ ਸੀਗੇ Maybe she has ਅਸੀਂ ਕੈਰੈਕਟਰ ਡਿਸਕਸ ਕਰਦੇ ਰਹਿੰਦੇ ਸੀਗੇ ਬੇਸਿਕਲੀ ਬੋਰਿੰਗ ਸੀ ਉਹ ਯਾਰ ਇਹ ਕੀ ਕਰ ਹੁਣ ਮੈਰੀ ਪ੍ਰਮੋਟ ਕਰਨੀ ਬਾਕੀ ਹੈ ਨਾਲ ਬੋਰਿੰਗ ਕਿਆ ਇੱਥੇ ਪਤਾ ਲੱਗ ਗਿਆ ਇਹ ਮੁੰਡਾ ਪਹਿਲੀ ਵਾਰੀ ਇੰਟਰਵਿਊ ਕਰ ਰਿਹਾ ਹੈ ਇੰਟਰਵਿਊ ਕਰ ਰਿਹਾ ਹੈ ਫਸ ਗਿਆ ਆਪਣੇ he ਗੱਲਾਂ has to be diplomatic. ਇਹ ਸਿੱਖੋ ਹੋ ਗਿਆ ਯਾਰ ਕਿਹੜਾ ਟਫੈਸਟ ਕਿਹੜਾ ਸੀਨ ਸੀਗਾ ਤੁਹਾਡੇ ਲਈ ਇਸ ਫਿਲਮ ਦੇ ਵਿੱਚ? ਮੈਨੂੰ ਜਿਹੜਾ ਤੁਸੀਂ ਉਹ ਟ੍ਰੇਲਰ 'ਚ ਸੀਨ ਦੇਖਦੇ ਹੋ ਨਾ ਜਿੱਥੇ ਉਹ ਉੱਤੇ ਬੈਠੀ ਆ ਚੜ ਕੇ ਤਾਂ ਕਹਿੰਦੀ ਕਿ ਜੱਟਾਂ ਦਾ ਮੁੰਡਾ ਤੇ ਉਹਨੂੰ ਬੁਲਟ ਚਲਾਉਣਾ ਨਹੀਂ ਆਉਂਦਾ ਉਹ ਸਵੇਰ ਦੇ ਉਦੋਂ ਉੱਥੇ ਵੱਜ ਰਹੇ ਸੀਗੇ ਨਹੀਂ 4 ਕਿੱਥੇ 4 ਵਜੇ ਤੱਕ ਆਪਾਂ ਸ਼ਿਫਟਿੰਗ ਕੀਤੀ ਹੈ 5-6 ਵੱਜ ਰਹੇ ਸੀ 7:30 ਵਜੇ ਦਿਨ ਤੱਕ ਚੜ੍ਹ ਮੇਰਾ ਰਿਹਾ ਪੈਕਅਪ ਸੀ। ਹੋਇਆ ਉਦੋਂ 7:30 ਵਜੇ ਐਂਡ ਇੱਕ ਤਾਂ ਰਾਤ ਦੀ ਸ਼ਿਫਟ ਉੱਤੋਂ ਇੰਨੀ ਠੰਡ ਸੀਗੀ ਉੱਤੋਂ ਇੰਨਾ ਮਤਲਬ ਹਵਾ ਚੱਲ ਰਹੀ ਆ ਔਰ ਮੀਂਹ ਪੈਣ ਲੱਗ ਪਿਆ ਤਾਂ ਮੈਨੂੰ ਪੌੜੀਆਂ ਲਾ ਕੇ ਉੱਤੇ ਚੜਾਇਆ ਸੀਗਾ ਤਾਂ ਹੁਣ ਜਦੋਂ ਮੀਂਹ ਪੈਣ ਲੱਗ ਗਿਆ ਮੈਨੂੰ ਇੱਕ ਛਾਤਾ ਦੇ ਦਿੱਤਾ ਕਿਉਂਕਿ ਮੈਨੂੰ ਵੀ ਡਰ ਲੱਗੇ ਕਿ ਯਾਰ ਜੇ ਮੈਂ ਥੱਲੇ ਆਈ ਫਿਰ ਉੱਤੇ ਆਣਾ ਤਾਂ ਇਹ ਤੋਂ ਚੰਗਾ ਮੈਂ ਇੱਥੇ ਹੀ ਬੈਠੀ ਰਹਿੰਦੀ ਆ ਔਰ 30-40 ਮਿੰਟਸ ਆਈ ਥਿੰਕ ਅਸੀਂ ਵੇਟ ਕੀਤਾ ਮੇਰੇ ਪੂਰੇ ਕੱਪੜੇ ਵੀ ਗਿੱਲੇ ਹੋ ਗਏ ਸੀਗੇ ਔਰ ਉਦੋਂ ਆਈ ਵਾਸ ਨਾਟ ਫੀਲਿੰਗ ਵੈਰੀ ਵੈਲ ਆਲਸੋ ਤਾਂ ਉਹ ਦਿਨ ਮੈਨੂੰ ਹੱਲੇ ਵੀ ਯਾਦ ਆ ਦ ਮੋਸਟ
मतलब challenging for me physically, like my body was giving up, पर सीन भी इन्ना ਹੁਣ मतलब ਤੁਹਾਡੇ ਸਿਰ 'ਚ ਦਰਦ ਹੋ ਰਹੀ ਆ, ਤੁਹਾਨੂੰ ਠੰਡ ਲੱਗ ਰਹੀ ਹੈ, ਬਟ ਤੁਸੀਂ ਇਦਾਂ ਸੀਨ 'ਚ ਤਾਂ ਐਕਟ ਕਰਨਾ ਕਿ ਵਾਓ ਯੂ نو ਮਜ਼ੇ ਆ ਰਹੇ ਆ ਐਂਡ ਆਲ ਆਫ ਦੈਟ। ਸੋ ਮੇਰੇ ਲਈ ਉਹ ਦਿਨ ਔਖਾ ਸੀਗਾ ਸ਼ੂਟਿੰਗ ਵਾਈਜ਼, ਬਟ ਵੈਸੇ ਲਾਡੋ was a lot of fun for me to play, मतलब मेरे लिए बहुत ही स्पेशल you know मेरे दिल 'ਚ जगह है इस फिल्म ਲਈ, ਇਸ कैरेक्टर। And do you already see the reels being made on yes yes और ਲੋਕੀ ਬਹੁਤ ਪਸੰਦ ਕਰ ਰਹੇ ਆ ਗਾਣੇ, ਸਾਰੇ ਡਾਇਲੌਗਸ, ਤਾਂ ਹੁਣ ਲੱਗਦਾ ਕਿ ਚਲੋ ਯਾਰ ਜੋ ਵੀ ਮਿਹਨਤ ਅਸੀਂ ਕੀਤੀ ਹੈ ਲੋਕਾਂ ਨੂੰ ਪਸੰਦ ਆ ਰਹੀ ਹੈ, ਸੋ ਦੈਟਸ ਆਸਮ। ਤੇ ਤੁਹਾਨੂੰ ਕਿਹੜਾ ਟਫ ਲੱਗਿਆ? ਸੋ ਲਾਈਕ ਇਮੋਸ਼ਨਲੀ ਟਫ ਨਹੀਂ, ਬਟ ਫਿਜ਼ੀਕਲੀ ਮੈਂ ਕਹੂੰਗਾ ਕਿ ਮੂਵੀ ਸ਼ੁਰੂ ਹੋਣ ਤੋਂ ਪਹਿਲਾਂ, ਸ਼ੁਰੂ ਹੋਣ ਤੋਂ ਪਹਿਲਾਂ 3 ਹਫ਼ਤੇ ਪਹਿਲਾਂ ਮੇਰਾ ਨਾ ਲਿਗਾਮੈਂਟ ਟੇਅਰ ਹੋ ਗਿਆ ਸੀਗਾ ਰਾਈਟ ਪੈਰ ਦਾ। ਤੇ ਮੈਨੂੰ ਉਹ ਸੀਗਾ ਇੱਕ ਤਾਂ ਕਿ ਫਰਸਟ ਡੇ ਸ਼ੂਟ ਤੱਕ ਠੀਕ ਹੋ ਜਾਏ, ਤੇ ਫਰਸਟ ਡੇ ਸਾਡਾ ਜਿਹੜਾ ਸ਼ੂਟ ਦਾ ਸੀ ਉਹਦੇ 'ਚ ਮੇਰੇ ਰਨਿੰਗ ਸ਼ਾਟ ਸੀਗੇ, ਤੇ ਤੁਸੀਂ ਟ੍ਰੇਲਰ 'ਚ ਵੀ ਦੇਖਿਆ ਹੋਊਗਾ। ਤੇ ਉਹ ਮੈਂ ਐਂਕਲ ਬ੍ਰੇਸ ਪਾ ਕੇ, ਮੈਨੂੰ ਸੀਗਾ ਕਿ ਜੇ ਮੈਂ ਅੱਜ, ਜੇ ਬਾਈ ਚਾਂਸ ਮੇਰਾ ਹਲਕਾ ਜਿਹਾ ਪੈਰ ਫਿਰ ਮੁੜ ਗਿਆ, then I won't be able to continue। ਸੋ ਉਹ ਮੈਨੂੰ ਸਟ੍ਰੈਸ ਵਿਦ ਦੀ ਐਂਕਲ ਬ੍ਰੇਸ ਸੀਗਾ, ਉਹ ਮੈਂ ਐਂਕਲ ਬ੍ਰੇਸ ਪਾ ਕੇ ਭੱਜੇ ਸਾਰੇ ਸ਼ਾਟਸ, ਫਰਸਟ ਸ਼ਾਟ ਆਫ ਦ ਭੱਜੇ ਵੀ ਵੈਰੀ ਨਾਈਸ, ਭੱਜਾ ਵੀ ਅਜੇ ਬਹੁਤ ਸਟਾਈਲ ਦੇ, ਪਤਾ ਨਹੀਂ ਲੱਗਣ ਦਿੱਤਾ ਕਿ ਲਿਗਾਮੈਂਟ ਹੈ। And what was the toughest one to be in the shooting sense? I think the same scene ਜਿਹੜਾ ਤੁਹਾਨੂੰ ਮੈਂਸ਼ਨ ਕੀਤਾ ਸੀਗਾ ਜਦੋਂ ਤੁਸੀਂ ਬੱਸ ਸਟਾਪ ਦੇ ਉੱਪਰ ਬੈਠੇ ਹੋਣੇ ਹੋ, ਉਹ ਬਹੁਤ ਡਿਫਿਕਲਟ ਸ਼ੂਟ ਸੀਗਾ ਸਾਡਾ, ਬਿਕਾਜ਼ ਸਾਡੇ ਕੋਲ ਪਰਮਿਸ਼ਨ ਸਿਰਫ ਉਸ ਦਿਨ ਦੀ ਸੀਗੀ, ਤੇ ਇਟ ਸਟਾਰਟਡ ਰੇਨਿੰਗ। ਸੋ ਮੇਰੇ ਉੱਪਰ ਬਹੁਤ ਪ੍ਰੈਸ਼ਰ ਸੀਗਾ ਕਿ ਵੀ ਉਧਰੋਂ ਦਿਨ ਚੜ੍ਹਦਾ ਪਿਆ, and then producer set ਤੇ Sonam is in such a tough position ਕਿ ਉਹ ਬੱਸ ਸਟਾਪ ਦੇ ਉੱਪਰ ਬੈਠੇ ਹੋਏ ਨੇ। ਮੈਨੂੰ ਯਾਦ ਆ ਉਦੋਂ ਆਪਾਂ ਸ਼ੂਟ ਵੀ ਉਹਨੂੰ ਐਂ ਕੀਤਾ ਸੀਗਾ ਕਿ ਅਸੀਂ ਸ਼ਾਟ ਲੈਂਦੇ ਸੀਗੇ, ਫਿਰ ਉਹ ਡਰੇਨ ਫॉर 30 ਮਿੰਟਸ, ਜਿਵੇਂ ਹੀ ਮਤਲਬ 2 ਮਿੰਟ ਵਿੱਚ ਉਹ ਬਾਰਿਸ਼ ਬੰਦ ਹੋਈ ਅਸੀਂ ਦੁਬਾਰਾ ਭੱਜ ਕੇ ਫਿਰ ਟੇਕ ਲੈਣਾ। ਸੋ ਮੈਨੂੰ ਸੀਗਾ ਸਾਰਾ ਕਰੂ ਮੇਰਾ ਬਾਰਿਸ਼ ਦੇ ਵਿੱਚ ਖੜਾ ਹੈ, ਮਾਈ ਐਕਟਰਸ ਆਰ ਇਨ ਦ ਰੇਨ, ਸੋ ਉਹ ਸਭ ਤੋਂ ਜ਼ਿਆਦਾ ਮੇਰੇ ਹਿਸਾਬ ਨਾਲ ਪ੍ਰੈਸ਼ਰ ਵਾਲਾ। ਉਸ ਦਿਨ ਪਹਿਲੀ ਵਾਰ ਮੈਂ ਸਮੀਰ ਨੂੰ ਟੈਨਸ਼ਨ ਦੇ ਵਿੱਚ ਦੇਖਿਆ, ਸਮੀਰ ਇੱਕ ਕੋਨੇ ਤੋਂ ਦੂਜੇ ਤੱਕ ਵਾਕ ਬੈਕ ਐਂਡ ਫੋਰਥ ਮੈਂ ਉੱਤੇ ਬੈਠੀ, ਮੈਨੂੰ ਯਾਦ ਹੈ ਇਹ ਉੱਪਰ ਜਿਵੇਂ ਬੈਠੇ ਹੋਏ ਆ ਕਾਫੀ ਹਾਈਟ ਤੇ ਉਹ ਕਿਉਂਕਿ ਇਹਨਾਂ ਨੂੰ ਜਿਵੇਂ ਪੌੜੀ ਲਾ ਕੇ ਨੀਚੇ ਇਸ ਦੁਆਰਾ ਉੱਪਰ ਨੀਚੇ ਕਰਨਾ ਬਹੁਤ ਔਖਾ ਸੀ। ਸੋ ਇਹਨਾਂ ਨੇ ਆਪ ਹੀ ਡਿਸਾਈਡ ਕੀਤਾ ਕਿ ਮੈਂ ਉੱਪਰ ਹੀ ਰਹਿਣੀ ਹੈ ਐਂਡ ਵੇਟ। ਉਦੋਂ ਬਾਰਿਸ਼ ਵੀ ਤੇਜ਼, ਹਵਾ ਵੀ ਤੇਜ਼, ਕਰੂ ਸਾਰਾ ਆਪ ਭੱਜ ਗਿਆ ਐਂਡ ਸ਼ੀ ਵਾਸ ਦ ਓਨਲੀ ਵਨ ਸਿਟਿੰਗ देयर। ਔਖਾ ਸੀਗਾ ਵੈਸੇ ਬੜਾ। ਤੇ ਅਪਕਮਿੰਗ ਪ੍ਰੋਜੈਕਟਸ ਤੁਹਾਡੇ ਤਿੰਨਾਂ ਦੇ ਐਨੀ ਮੇਰਾ ਅਪਕਮਿੰਗ ਹੈ ਜਿੰਦਮਾਹੀ 5 ਅਗਸਤ। ਮੈਨੂੰ ਆਈ ਕੋ ਸਮਝ ਨਹੀਂ ਆ ਰਿਹਾ ਫਿਲਹਾਲ, ਸੱਚੀ ਐਵਰੀਥਿੰਗ ਇਜ਼ ਔਨ ਲਾਈਕ ਹੌਲਟ ਫॉर ਮੀ, ਪਰ ਫਿਲਹਾਲ ਤਾਂ ਜਿੰਦਮਾਹੀ। ਐਂਡ ਫॉर ਯੂ ਗਾਇਸ? ਪੂਰਾ ਧਿਆਨ ਹੀ ਇੱਥੇ ਜੀ, ਇੱਥੇ ਹੋਰ ਕੋਈ ਜਵਾਬ ਹੀ ਨਹੀਂ ਨਿਕਲਣਾ ਮੁझे। ਓਕੇ, ਥੈਂਕ ਯੂ ਫॉर योर Thank you so much.